ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 103 ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਜਾ ਕੇ ਦੁੱਖ ਸੁੱਖ ਸਮ ਕਰ ਜਾਪੇ, ਤਾਕੋ ਕਾੜਾ ਕਹਾ ਵਿਆਪੇ। ਸਹਿਜ ਆਨੰਦ ਹਰ ਸਾਧੂ ਮੈਂ, ਆਗਿਆਕਾਰੀ ਹਰ ਹਰ ਰਾਏ ਰਹਾਓ। ਜਾ ਕੇ ਅਚਿੰਤ ਵਸੇ ਮਨ ਆਏ, ਤਾਕੋ ਚਿੰਤਾ ਕਤੂ ਨਾਏ। ਜਾ ਕੇ ਬਿਨਸਿਓ ਮਨ ਤੇ ਪਰਮਾ, ਤਾਕੇ ਕੁਛ ਨਾਹੀ ਡਰ ਜਮਾ। ਜਾ ਕੇ ਹਿਰਦੇ ਦਿਓ ਗੁਰਨਾਮਾ, ਕਹੋ ਨਾਨਕ ਤਾਕੇ ਸਗਲ ਨਿਦਾਨਾ। ਜਾ ਕੇ ਬਿਨਸਿਓ ਮਨ ਤੇ ਪਰਮਾ, ਤਾਕੇ ਕੁਛ ਨਾਹੀ ਡਰ ਜਮਾ। ਜਾ ਕੇ ਹਿਰਦੇ ਦਿਓ ਗੁਰਨਾਮਾ, ਕਹੋ ਨਾਨਕ ਤਾਕੇ ਸਗਲ ਨਿਦਾਨਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਦੁੱਖ ਅਤੇ ਸੁੱਖ ਇੱਕੋ ਜਿਹਾ ਕਰਕੇ ਪ੍ਰਤੀਤ ਹੁੰਦਾ ਹੈ ਜੀ, ਉਸ ਨੂੰ ਝੋਰਾ ਕਿਵੇਂ ਲੱਗ ਸਕਦਾ ਹੈ ਜੀ। ਭਾਵ ਉਹ ਸਾਰੇ ਝੋਰਿਆਂ ਤੋਂ ਰਹਿਤ ਹੋ ਜਾਂਦਾ ਹੈ ਜੀ। ਭਾਵ ਜਿਸ ਗੁਰਮੁਖ ਮਨੁੱਖ ਜੀਵ ਨੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਉਸ ਪਰਮੇਸ਼ਰ ਨਾਲ ਲਿਵ ਜੋੜ ਲਈ ਹੈ ਜੀ, ਫਿਰ ਉਹ ਹਰ ਹਾਲ ਵਿੱਚ ਉਸ ਨੂੰ ਗੁਰੂ ਦਾ ਭਾਣਾ ਸਮਝਦਾ ਹੈ ਜੀ। ਉਹ ਭਾਵੇਂ ਦੁੱਖ ਹੋਵੇ ਅਤੇ ਸੁੱਖ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਪਰਮੇਸ਼ਰ ਹਰੀ ਦੇ ਗੁਰਮੁਖ ਰੂਪ ਸਾਧੂ ਵਿੱਚ ਸਹਿਜ ਅਤੇ ਆਨੰਦ ਵਾਲਾ ਗੁਣ ਸੁਤੇ ਹੀ ਪ੍ਰਵੇਸ਼ ਕਰ ਜਾਂਦਾ ਹੈ ਜੀ। ਕਿਉਂਕਿ ਉਹ ਗੁਰਸ਼ਬਦ ਗੁਰਬਾਣੀ ਨਾਮ ਰੂਪ ਹਰੀ ਰਾਜੇ ਦੇ ਆਗਿਆਕਾਰੀ ਹੁੰਦਾ ਹੈ ਜੀ। ਭਾਵ ਉਸ ਦੀ ਲਿਵ ਪਰਮੇਸ਼ਰ ਹਰੀ ਰਾਜੇ ਦੇ ਨਾਲ ਲੱਗ ਗਈ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਦੇ ਮਨ ਵਿੱਚ ਅਚਿੰਤ ਪਰਮੇਸ਼ਰ ਵਸਦਾ ਹੈ ਜੀ, ਉਸਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਦੇ ਮਨ ਤੋਂ ਭਰਮ ਦਾ ਨਾਸ ਹੋ ਗਿਆ ਹੈ ਜੀ, ਉਸ ਲਈ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਜੀ। ਭਾਵ ਜਿਸ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਵਸ ਗਿਆ ਹੈ ਜੀ, ਉਸ ਨੂੰ ਜੰਮਣ ਮਰਨ ਦਾ ਡਰ ਨਹੀਂ ਰਹਿੰਦਾ ਜੀ। ਉਹ ਜਨਮ ਮਰਨ ਉਸ ਪਰਮੇਸ਼ਰ ਦਾ ਹੀ ਹੁਕਮ ਸਮਝ ਕੇ ਉਸ ਨੂੰ ਸਵੀਕਾਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਦੇ ਹਿਰਦੇ ਵਿੱਚ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਅੰਮ੍ਰਿਤ ਬਖਸ਼ ਦਿੱਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਕੋਲੋਂ ਮਾਨੋ ਸਾਰੇ ਖਜ਼ਾਨੇ ਆ ਗਏ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਅਚਿੰਤ ਪਰਮੇਸ਼ਰ ਵਸ ਜਾਂਦਾ ਹੈ ਜੀ, ਉਹ ਮਨੁੱਖ ਪਰਮੇਸ਼ਰ ਦੇ ਭਾਣੇ ਦੀ ਉਸ ਮਨੁੱਖ ਨੂੰ ਪਰਮੇਸ਼ਰ ਦੇ ਭਾਣੇ ਦੀ ਹੁਕਮ ਦੀ ਸੋਝੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸਨੂੰ ਦੁੱਖ ਸੁੱਖ ਸਭ ਇੱਕ ਸਮਾਨ ਲੱਗਦਾ ਹੈ ਜੀ।
ਕਿਉਂਕਿ ਉਹ ਉਸ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਗੁਰੂ ਦੇ ਹੁਕਮ ਵਿੱਚ ਰਹਿਣਾ ਸਿੱਖ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਧੂ ਪੁਰਖ ਦੀ ਇਹ ਨਿਸ਼ਾਨੀ ਹੁੰਦੀ ਹੈ ਜੀ ਕਿ ਉਹ ਸਦਾ ਸਹਿਜ ਤੇ ਆਨੰਦ ਦੇ ਘਰ ਵਿੱਚ ਨਿਵਾਸ ਰੱਖਦਾ ਹੈ ਜੀ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਜੀਵਨ ਨੂੰ ਇਹ ਮੱਤ ਦਿੱਤੀ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1366ਵੇਂ ਪੰਨੇ 'ਤੇ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਬੀਰ ਜੀ ਸਾਨੂੰ ਦੱਸਦੇ ਹਨ, ਕਬੀਰ ਝੰਖ ਨਾ ਝੰਖੀਏ, ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੇ ਕੋਏ। ਭਾਵ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਉਸ ਪਰਮਾਤਮਾ ਦੇ ਹੁਕਮ ਦੀ ਸੋਝੀ ਹੁੰਦੀ ਹੈ ਤੇ ਉਸ ਪਰਮਾਤਮਾ ਨਾਲ ਲਿਵ ਲੱਗਣ ਨਾਲ ਆਪਣੇ ਮੂਲ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।